ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਨਾਮ ਮੇਰਾ ਲਖਵੀਰ ਸਿੰਘ ਹੈ। ਪਿੱਛੇ ਤੋਂ ਮੈਂ ਵੈਸੇ ਦਾਦਾਪਾ ਡਾਕਟਰ ਮੈਂ ਆਪਣਾ ਬਿਜ਼ਨਸ ਕਰਦਾ ਅਤੇ ਮੈਨੂੰ ਜੁਲਾਈ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ। ਸਾਡੇ ਖਾਨਦਾਨ ਦੇ ਵਿੱਚ ਕਦੀ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਨਹੀਂ। ਅਚਾਨਕ ਹੀ ਉਹ ਮੈਨੂੰ ਸ਼ੂਗਰ ਦੀ ਪ੍ਰੋਬਲਮ ਰੇਟ ਕਰ ਗਈ। ਮੈਂ ਟੈਸਟ ਕਰਾਈ ਇੱਥੋਂ ਲੈਬੋਰਟਰੀ 'ਚ ਗਿਆ, 460 ਆਈ। ਮੇਰਾ ਸ਼ਾਰਟ ਹੋ ਗਿਆ ਇੱਕਦਮ ਹੀ। ਕਦੀ ਸੋਚਿਆ ਹੀ ਨਹੀਂ ਜ਼ਿੰਦਗੀ ਦੇ ਵਿੱਚ ਵੀ ਇਹ ਪ੍ਰੋਬਲਮ ਹੋਏਗੀ। ਚਲੋ ਡਾਕਟਰ ਸਰੀਨ ਆ ਇੱਥੇ ਸ਼ਾਲਾਮਾਰ ਬਾਗ ਕੋਲ ਹੈਗੇ ਆ, ਉਹਨਾਂ ਕੋਲੋਂ ਮੈਂ ਮੈਡੀਸਨ ਸ਼ੁਰੂ ਕਰਤੀ। 5-4 ਦਿਨ ਲਈ ਤੇ ਮੇਰਾ ਦਿਲ ਨਹੀਂ ਕੀਤਾ। ਫਿਰ ਮੇਰੇ ਇੱਕ ਫਰੈਂਡ ਆ ਅਤੁਲ ਜੀ ਦੇ, ਗੁਰਚਰਨ ਸਿੰਘ, ਉਹਨਾਂ ਦੱਸਿਆ ਵੀ ਲੁਧਿਆਣੇ ਤੋਂ ਦੇਸੀ ਮੈਡੀਸਨ ਮਿਲਦੀ ਹੈ। ਉਹ ਇਸਤੇਮਾਲ ਕਰਨੀ ਸ਼ੁਰੂ ਕੀਤੀ। ਉਹਨਾਂ ਸ਼ੂਗਰ ਮੇਰੀ ਕੰਟਰੋਲ ਹੋ ਗਈ, ਲੇਕਿਨ ਉਹਦੇ ਨਾਲ ਮੈਨੂੰ ਹੋਰ ਇਫੈਕਟ ਹੋ ਗਏ ਬੋਡੀ ਦੇ ਉੱਤੇ। ਫਿਰ ਮੇਰੇ ਗ੍ਰੇਟ ਦੋਸਤ ਆ ਇੱਥੇ ਬੈਠੇ ਤੁਹਾਡੇ ਵਿੱਚ ਹੀ, ਉਹਨਾਂ ਨੂੰ ਮੈਂ ਪਲੀਜ਼ ਰਿਕੁਐਸਟ ਕਰੂੰਗਾ ਵੀ ਆਉਣ 2 ਮਿੰਟ। ਮਦਨ ਜੀ ਬਿਆਸ ਤੋਂ, ਉਹਨਾਂ ਨਾਲ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਭਾਜੀ ਇਹ ਕਿਹੜੀ ਗੱਲ ਆ, ਅੜਾ ਦਿੰਦੇ ਹੁਣੇ। ਐਸੇ ਹੀ ਮੈਂ ਬੈਠਾ ਸ਼ੇਕ ਕਰਾ ਲਿਆ ਸੀ ਸਾਹਮਣੇ, ਮੁੰਡਾ ਹੈਗਾ ਆਈ ਆ, ਉਹਨਾਂ ਕੋਲ ਬੈਠਾ ਤੇ ਸ਼ਾਮੀ 7 ਵਜੇ ਇਹਨਾਂ ਨੇ ਫੋਨ ਕੀਤਾ, ਭਾਜੀ ਕਿੱਥੇ ਹੋ? ਮੈਂ ਕਿਹਾ ਜੀ ਮੈਂ ਇੱਥੇ ਬੈਠਾ ਵਾਂ। ਕਹਿੰਦੇ ਅਸੀਂ ਆਏ ਉੱਥੇ। ਇਸੇ ਹੋਟਲ 'ਚ ਬੈਠ ਕੇ ਸਾਡੇ ਨੀਚੇ ਵਾਲੇ ਹਾਲ 'ਚ ਸਾਡੀ ਮੀਟਿੰਗ ਹੋਈ ਹੈ, ਫਸਟ ਮੀਟਿੰਗ। ਇਹ ਮੈਨੂੰ ਦੱਸ ਕੇ ਚਲੇ ਗਏ। ਚਲੋ ਮੈਂ ਵੀ ਸੋਚਿਆ ਵੀ ਬਥੇਰੇ ਆਉਂਦੇ ਆ, ਕਹਿ ਕੇ ਚੱਲ ਜਾਂਦੇ ਆ, ਤੇ ਮੇਰਾ ਪਹਿਲਾਂ ਤੋਂ ਮਨ ਨਾ ਕੀਤਾ। ਫਿਰ ਦੂਜੇ ਤੀਜੇ ਕੁ ਦਿਨ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਜੀ ਆਓ ਇੱਕ ਵਾਰੀ। ਸਾਰਾ ਆਏ, ਮਦਨ ਜੀ ਨਾਲ ਆਏ, ਮੇਰੇ ਕੋਲ ਬੈਠੇ ਰਹੇ, ਦੱਸਦੇ ਰਹੇ। ਫਿਰ ਵੀ ਨਹੀਂ ਮੈਂ ਇਹਨਾਂ ਕੋਲ ਪ੍ਰੋਡਕਟ ਲਿਆ। ਇਹ ਗੱਡੀ 'ਚ ਬਹਿ ਗਏ ਆ, ਚਲੋ ਬੈਠ ਗਏ। ਫਿਰ ਮੈਂ ਇਹਨਾਂ ਨੂੰ ਤਾਰ ਲਿਆ ਵਿੱਚੋਂ, ਮੈਂ ਕਿਹਾ ਨਹੀਂ ਆਓ। ਮੈਂ ਕਿਹਾ ਚਲੋ ਇਹਨਾਂ ਨੂੰ ਰਸਾ ਨੂੰ ਪਹਿਲੋਂ ਨਹੀਂ ਮੈਂ ਜਾਣਦਾ। ਮੈਂ ਕਿਹਾ ਮਦਨ ਜੀ ਦਾ ਕਰਕੇ ਮੇਰੀ ਇਹਨਾਂ ਨਾਲ ਵਾਪਸੀ ਹੋਈ ਹੈ, ਗੁਰਦਾਸਪੁਰ ਤੋਂ ਆਏ ਆ, ਤੇ ਤੁਸੀਂ ਕਿਉਂ ਇਹਦੇ ਸਿਰਫ ਮਦਨ ਜੀ ਦਾ ਮਾਣ ਰੱਖੋ। ਠੀਕ ਹੈ ਜੀ। ਵੀ ਮਦਨ ਜੀ ਇਹ ਨਾ ਸੋਚਣ ਵੀ ਮੈਂ ਇਹਨਾਂ ਦੀ ਚੰਗੀ ਚੀਜ਼ ਲੈ ਕੇ ਆਇਆ ਤੇ ਭੇਜਦਾ 9000 ਰੁਪਇਆ। ਮੈਂ ਕਿਹਾ ਕੋਈ ਕੀਮਤ ਨਹੀਂ ਠੀਕ ਹੈ ਜੇ ਬੰਦੇ ਸਹੀ ਹੋ ਜਾਂਦਾ। ਚਲੋ ਮੈਂ ਪ੍ਰੋਡਕਟ ਲੈ ਲਿਆ ਇਹਨਾਂ ਕੋਲ। 1 ਹਫ਼ਤੇ ਬਾਅਦ ਰਿਜ਼ਲਟ ਜਿਹੜਾ ਮੈਨੂੰ ਮਿਲਿਆ ਜੀ, ਪੁੱਛੋ ਹੀ ਕੁਛ ਨਾ। ਅੱਜ ਮੇਰੀ ਸ਼ੂਗਰ ਜਿੱਥੇ ਮਰਜ਼ੀ ਚੈੱਕ ਕਰਾ ਲਓ, ਸਿਰਫ ਮੈਂ 1 ਡੱਬਾ ਖਾਧਾ, 110 120 ਹੈ, ਟੱਪਦੀ ਨਹੀਂ ਉੱਪਰ। ਔਰ ਉਸ ਤੋਂ ਬਾਅਦ ਮੈਂ ਕਿਡਨੀ ਤੇ ਰਿਜ਼ਲਟ ਲੈ ਆ, ਸਾਹਮਣੇ ਮੇਰੇ ਭਾਈ ਸਾਹਿਬ ਨਹੀਂ ਬੈਠੇ ਆ, ਇਹਨਾਂ ਨੂੰ ਦਿੱਤੀ ਹੈ। ਮੇਰੇ 2 ਪੇਸ਼ੈਂਟ ਹੋਰ ਆ ਕਿਡਨੀ ਵਾਲੇ, ਸ਼ੂਗਰ ਵਾਲੇ ਕਾਫੀ ਆ। ਅਤੁਲ ਜੀ ਆ ਮੇਰੇ ਫਰੈਂਡ, ਇਹਨਾਂ ਨੂੰ ਵੀ ਦੱਸਿਆ। ਇਹਨਾਂ ਦੇ ਇੱਥੇ ਵਿੱਚ ਮੁਖਤਾਰ ਸਿੰਘ ਜੀ ਆ, ਕਾਫੀ ਆਏ ਆ, ਜਤਿੰਦਰ ਸਿੰਘ ਜੀ ਆ, ਹੋਰ ਭਾਈ ਸਾਹਿਬ ਸੂਸਾ ਆ, ਸਾਰਿਆਂ ਨੇ ਰਿਜ਼ਲਟ ਲੈ ਆਏ ਇਹਦੇ ਤੇ ਮੈਂ ਹੁਣ ਤਕਰੀਬਨ ਮਦਨ ਜੀ ਨੂੰ ਟਾਈਮ ਦਊਂਗਾ, ਉਸ ਤੋਂ ਬਾਅਦ ਸਾਰਿਆਂ ਨੂੰ ਬੁਲਾਊਂਗਾ ਵਾਰੀ ਵਾਰੀ ਤੇ ਸਟੇਜ ਤੇ ਆਊਂਗਾ। ਥੈਂਕ ਯੂ ਸਾਰਿਆਂ ਨੂੰ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਲਖਵੀਰ ਸਰ ਨੇ ਨਾਮ ਦੱਸ ਦਿੱਤਾ, ਮਦਨ ਮੋਹਨ ਸਿੰਘ ਮੇਰਾ ਨਾਮ ਹੈਗਾ, ਮੈਂ ਬਿਆਸ ਤੋਂ ਬਿਲੋਂਗ ਕਰਦਾ ਹਾਂ। ਜਿਸ ਪ੍ਰੋਡਕਟ ਦੀ ਜਿੰਨੀ ਵੀ ਤਾਰੀਫ ਕਰੀਏ ਉਨੀ ਘੱਟ ਹੈ, ਬਾਕੀ ਤਾਂ ਸਾਰਾ ਕੁਝ ਦੱਸ ਦਿੱਤਾ। ਲੇਕਿਨ ਅੱਜ ਸਾਡੀ ਜ਼ਿੰਦਗੀ ਬਦਲਣ ਵਾਲੇ ਡਾਕਟਰ ਰਵੇਲ ਜੀ ਨੇ ਗੁਰਦਾਸਪੁਰ ਤੋਂ, ਜਿਨ੍ਹਾਂ ਨੇ ਇਸ ਪ੍ਰੋਡਕਟ ਬਾਰੇ ਮੈਨੂੰ ਪੂਰੀ ਜਾਣਕਾਰੀ ਦਿੱਤੀ, ਇਸ ਲਾਈਨ 'ਚ ਲਾਇਆ। ਅਸੀਂ ਵੀ ਪਹਿਲੇ ਬਹੁਤ ਕੁਝ ਕੰਪਨੀਆਂ ਦੇ ਪ੍ਰੋਡਕਟ ਲੈ ਕੇ ਦੇਖੇ, ਲੇਕਿਨ ਰਿਜ਼ਲਟ ਕਿਸੇ ਦੇ ਨਹੀਂ ਸੀਗੇ। ਤੇ ਜਦੋਂ ਡਾਕਟਰ ਸਾਹਿਬ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਦਾ ਇੰਨਾ ਵਧੀਆ ਰਿਜ਼ਲਟ ਹੈ, ਤੇ ਫਿਰ ਮੈਂ ਕਿਹਾ ਵੀ ਚਲੋ ਮੇਰੇ ਫਰੈਂਡ ਹੈਗੇ ਆ ਕਪੂਰਥਲੇ 'ਚ, ਲਖਵੀਰ ਸਰ ਜੀ ਵੀ ਇਹਨਾਂ ਨੂੰ ਮਿਲੀਏ। ਤੇ ਜਦ ਸਰ ਉਹਨਾਂ ਨੂੰ ਮਿਲੇ ਤਾਂ ਸਰ ਉਹਨਾਂ ਦੱਸ ਦਿੱਤਾ ਵੀ ਕਿੰਨੇ ਵਧੀਆ ਰਿਜ਼ਲਟ ਦਿੱਤੇ ਆ। ਅੱਜ ਅਸੀਂ ਪੂਰੇ ਵਰਲਡ ਦੇ ਵਿੱਚ, ਨਿਊਜ਼ੀਲੈਂਡ ਕਿਆ, ਕੈਨੇਡਾ ਕਿਆ, ਬੜੀ ਦੂਰ ਦੂਰ ਤੱਕ ਸਾਡੀ ਮੈਡੀਸਿਨ ਜਾ ਰਹੀ ਹੈ। ਜਿੱਥੇ ਵੀ ਕੋਈ ਰਿਜ਼ਲਟ ਲੋਕੀ ਫੇਸਬੁੱਕ ਤੇ YouTube ਤੇ ਦੇਖ ਕੇ ਖੁਦ ਕਾਲ ਕਰਕੇ ਲੈ ਰਹੇ ਆ, ਕਿਉਂਕਿ ਇਹ ਪ੍ਰੋਡਕਟ ਦੇ ਵਿੱਚ ਬਹੁਤ ਕਿਹੜਾ ਰਿਜ਼ਲਟ ਲਿਆ ਤੁਸੀਂ ਆਪਣੇ ਘਰ, ਕਿਹੜਾ ਰਿਜ਼ਲਟ ਲਿਆ? ਹਾਂਜੀ, ਜੋ ਮੈਂ ਰਿਜ਼ਲਟ ਲਿੱਤਾ, ਮੇਰੇ ਵਾਈਫ ਮੇਰੇ ਨਾਲ ਹੀ ਨੇ। ਇਹਨਾਂ ਨੂੰ ਇੱਕ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਇੱਕ ਇਹਨਾਂ ਨੂੰ ਪ੍ਰੋਬਲਮ ਸੀਗੀ ਵੀ ਇਹਨਾਂ ਦਾ ਸਾਹ ਪੂਰਾ ਨਹੀਂ ਆਉਂਦਾ ਸੀਗਾ, ਸਾਹ ਮਤਲਬ ਅੱਧਾ ਰਹਿ ਜਾਂਦਾ ਸੀਗਾ ਸਾਹ, ਮਤਲਬ ਰਾਤ ਨੂੰ ਸੌਂਦੇ ਸੌਂਦੇ ਉੱਠ ਕੇ ਬਹਿ ਜਾਂਦੇ ਸੀਗੇ, ਇਹਨਾਂ ਨੂੰ ਸਾਹ ਨਹੀਂ ਆਉਂਦਾ ਸੀਗਾ, ਤੇ ਇਹ ਬੜੇ ਘਬਰਾਉਂਦੇ ਸੀਗੇ। ਤੇ ਨਾਲ ਥੋੜ੍ਹਾ ਜਿਹਾ ਇਹਨਾਂ ਦੇ ਮਤਲਬ ਵਿੱਚ ਜਿਹਨੂੰ ਕਹਿ ਲਓ ਵੀ ਗਿਲਟੀਆਂ ਟਾਈਪ ਕਾਫੀ ਸੀਗੇ, ਜਿਸ ਤਰ੍ਹਾਂ ਗੱਲ ਦੇ ਵਿੱਚ ਸੀਗੀ ਤੇ ਕੁਝ ਗਿੱਟੇ 'ਚ ਸੀਗੀ, ਇਹਨਾਂ ਨੂੰ ਕਾਫੀ ਪ੍ਰੋਬਲਮ ਰਹਿੰਦੀ ਸੀਗੀ। ਤੇ ਜਦੋਂ ਚੱਲਦੇ ਸੀਗੇ, ਕੰਮ ਕੁੰਮ ਵੀ ਕਰਦੇ ਸੀ, ਤੇ ਸਾਹ ਦੀ
ਪ੍ਰੋਬਲਮ ਕਾਫੀ ਰਹਿੰਦੀ ਸੀ ਇਹਨਾਂ ਨੂੰ। ਤੇ ਜਦ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ, ਜਦੋਂ ਆ ਪ੍ਰੋਡਕਟ ਅਸੀਂ ਸ਼ੁਰੂ ਕਰਵਾਇਆ ਤੇ ਇਹਨਾਂ ਨੂੰ ਸ਼ਾਮ ਨੂੰ ਮੈਂ ਡੋਜ਼ ਦਿੱਤਾ ਇੱਕ, ਸ਼ਾਮ ਨੂੰ ਡੋਜ਼ ਦਿੱਤਾ ਤੇ ਅਗਲੇ ਦਿਨ ਸਵੇਰੇ ਇਹਨੂੰ ਦੱਸਤਾ ਵੀ ਮੇਰੀ ਉਹ ਦਰਦ ਗਾਇਬ ਹੋ ਗਈ ਹੈ। ਫਿਰ ਅਗਲੇ ਦਿਨ ਸਾਹ ਵੀ ਕਹਿੰਦੇ ਵੀ ਮੇਰਾ ਸਾਹ ਵੀ ਖੁੱਲ੍ਹ ਕੇ ਆਉਣਾ ਸਟਾਰਟ ਹੋ ਗਿਆ। ਸਿਰਫ ਡੋਜ਼ ਇਹਨਾਂ ਨੂੰ ਦਿੱਤਾ, ਇੱਕੋ ਡੋਜ਼ ਦੇ ਨਾਲ ਇਹਨਾਂ ਨੂੰ ਇੰਨਾ ਜ਼ਿਆਦਾ ਫੇਥ ਹੋ ਗਿਆ। ਫਿਰ ਕਹਿੰਦੇ ਵੀ ਅਸੀਂ ਇਸ ਕੰਮ ਨੂੰ ਕਰੀਏ, ਔਰ ਫਿਰ ਮੈਨੂੰ ਵੀ ਪੂਰਾ ਫੇਥ ਹੋ ਗਿਆ ਕਿ ਵਾਕਈ ਵੀ ਇਹ ਤਾਂ ਚਮਤਕਾਰੀ ਚੀਜ਼ ਹੈ। ਜਿਸ ਤਰ੍ਹਾਂ ਆਪਾਂ 2-4 ਦਿਨ ਵਰਤਦੇ ਗਏ ਤੇ ਇੰਨਾ ਸਰੀਰ ਹੌਲਾ ਹੋ ਗਿਆ ਕਿ ਵੀ ਮਤਲਬ ਕੋਈ ਕਹਿਣ ਦੀ ਗੱਲ ਹੀ ਨਹੀਂ ਹੈ। ਇਹਦੀ ਜਿੰਨੀ ਤਾਰੀਫ ਕਰੀਏ ਉਨੀ ਘੱਟ ਹੀ ਹੈ। ਤੇ ਮੈਂ ਤਾਂ ਥੈਂਕਸ ਕਰਦਾ ਉਸ ਪਰਮਾਤਮਾ ਦਾ ਤੇ ਜਿਨ੍ਹਾਂ ਦਾ ਕਰਕੇ ਸਾਡੇ ਕੋਲ ਪ੍ਰੋਡਕਟ ਆਇਆ, ਔਰ ਡਾਕਟਰ ਸਾਹਿਬ ਹੋਣਾ ਦਾ, ਔਰ ਸਰਦਾਰ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਇਸ ਪ੍ਰੋਡਕਟ ਨੂੰ ਲਿਆ ਕੇ ਇਹਦੇ ਬਾਰੇ ਜਾਣਕਾਰੀ ਦੇ ਕੇ ਬਹੁਤ ਸਾਰੇ ਰਿਜ਼ਲਟ ਲੈ ਰਹੇ। ਬਾਕੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਹੁਣ ਤੁਹਾਡੇ ਕੋਲ ਬੁਲਾ ਰਿਹਾ ਜੀ, ਜਲੰਧਰ ਤੋਂ ਭਾਈ ਸਾਹਿਬ ਆਏ ਆ, ਸੰਜੀਵ ਭਾਜੀ। ਆਓ ਭਾਜੀ ਇੱਕ ਮਿੰਟ, ਇਹ ਮੈਂ ਦੱਸਣਗੇ ਤੁਹਾਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਸੀਂ ਕੋਈ 10 ਕੁ ਸਾਲ ਤੋਂ ਮੇਰੀ ਵਾਈਫ ਬਹੁਤ ਜ਼ਿਆਦਾ ਬਿਮਾਰ ਸੀ। ਸਾਨੂੰ ਪਤਾ ਨਹੀਂ ਸੀ ਕਿ ਕਿਡਨੀ ਦੀ ਮੁਸ਼ਕਲ ਹੈਗੀ ਆ। ਇਹਨਾਂ ਦੇ ਪੈਰਾਂ 'ਤੇ ਇੰਨੀ ਕੁ ਸਵੈਲਿੰਗ ਹੁੰਦੀ ਸੀਗੀ ਕਿ ਪਰੇਸ਼ਾਨ ਹੋ ਜਾਈਦਾ ਸੀ। ਬਹੁਤ ਦਵਾਈ ਖਾਧੀ, 1.5 ਸਾਲ ਤੋਂ ਮੈਂ PGI ਦੇ ਧੱਕੇ ਖਾ ਰਿਹਾ ਬਹੁਤ ਜ਼ਿਆਦਾ। ਉੱਥੋਂ ਦਵਾਈ ਲਈ ਕੋਈ ਫਰਕ ਨਹੀਂ ਪਿਆ। ਇਹਨਾਂ ਦੇ ਪੈਰ ਇੰਨੇ ਕੁ ਟਾਈਟ ਹੋ ਜਾਂਦੇ ਸੀ ਕਿ ਮੇਰੇ ਖਿਆਲ ਕਿ ਲੋਹੇ ਨੂੰ ਵੀ ਜ਼ਿਆਦਾ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹਨਾਂ ਦੇ ਪੈਰ ਇੰਨੇ ਟਾਈਟ ਹੋ ਜਾਂਦੇ। ਮੈਂ ਪਰੇਸ਼ਾਨ ਹੋ ਗਿਆ ਕਿ ਕੀ ਕਰਾਂਗੇ ਹੱਲ, ਥੱਕ ਗਿਆ, ਟੁੱਟ ਗਿਆ। ਇੱਕ ਦਿਨ ਮੇਰੇ ਰਿਲੇਟਿਵ, ਮੇਰੀ ਸਿਸਟਰ, ਉਹਨਾਂ ਨੇ ਮੈਨੂੰ ਲਖਵੀਰ ਭਾਈ ਸਾਹਿਬ ਹੋਣਾ ਦਾ ਐਡਰੈਸ ਦਿੱਤਾ, ਫੋਨ, ਕਹਿੰਦੇ ਤੁਸੀਂ ਜਾਓ ਇੱਕ ਵਾਰ। ਮੈਂ ਕਿਹਾ ਛੱਡੋ ਦੀਦੀ, ਦੁਨੀਆ ਦੇ ਬੜੇ ਪ੍ਰੋਡਕਟ ਹੈਗੇ ਆ, ਮਤਲਬ ਇਹ ਅੱਜ ਕੱਲ੍ਹ ਦੁਨੀਆ ਨੇ ਬਿਜ਼ਨਸ ਕੀਤਾ ਹੋਇਆ। ਕਹਿੰਦੇ ਨਹੀਂ ਤੁਸੀਂ ਜਾਓ। ਮੈਂ ਕਿਹਾ ਚਲੋ ਮੈਂ ਜਾਂਦਾ ਹਾਂ। 9000 ਰੁਪਈਆ ਹੀ ਆ, ਕੋਈ ਗੱਲ ਨਹੀਂ, ਠੀਕ ਹੀ ਹੋਇਆ। ਜਿੱਥੇ ਅੱਗੇ PGI ਦੇ ਇੰਨੇ ਪੈਸੇ ਲਾਏ ਆ, ਜਾਂ ਹਾਂ ਸਾਰੀ ਉਮਰ ਹੋ ਗਈ ਆ, 10 ਸਾਲ ਹੋ ਗਏ ਆ ਖੱਜੇ ਖਰਾਬ ਹੋਣੇ, ਆ ਵੀ 9000 ਮੈਂ ਕੋਈ ਨਹੀਂ, ਇੱਕ ਸੇਵਾ ਹੀ ਆ, ਸਮਝੋ ਕਦੇ ਕੋਈ ਜਿਹੜਾ ਦੇਣਾ ਦੂਣਾ ਹੋ ਜਾਏ। ਮੈਂ ਚੱਲ ਪਿਆ, ਇਹਨਾਂ ਕੋਲ ਭਾਈ ਸਾਹਿਬ ਕੋਲ ਆਇਆ। ਇਹਨਾਂ ਨੇ ਮੈਨੂੰ ਸਮਝਾਉਣ ਦੀ ਕਾਫੀ ਸਮਝਾਇਆ ਇਸ ਪ੍ਰੋਡਕਟ ਬਾਰੇ। ਮੈਂ ਕਿਹਾ ਸਰ ਮੈਨੂੰ ਤੁਸੀਂ ਇਸ ਪ੍ਰੋਡਕਟ ਬਾਰੇ ਕੋਈ ਗੱਲ ਨਾ ਕਹੋ, ਤੁਸੀਂ ਮੈਨੂੰ ਪ੍ਰੋਡਕਟ ਦਿਓ, ਪੈਸੇ ਲਓ, ਮੈਂ ਜਾਵਾਂ ਘਰ ਤੇ ਦੱਸੋ ਕਿੱਦਾਂ ਖਾਣਾ। ਇਹ ਕਹਿੰਦੇ ਤੁਸੀਂ ਕੋਈ ਗੱਲ ਨਹੀਂ, ਸਬਰ ਦੇ ਨਾਲ ਇਹਨੂੰ ਲਓ। ਮੈਂ ਜਨਵਰੀ ਦੀ 4 ਤਰੀਕ ਨੂੰ ਪਹਿਲਾਂ ਉਹਨਾਂ ਨੂੰ ਡੋਜ਼ ਦਿੱਤੀ, ਮੈਂ ਖਾਧੀ। ਇਸ ਤਰੀਕੇ ਨਾਲ ਤੁਸੀਂ ਡੋਜ਼ ਆਪਣੀ ਵਾਈਫ ਨੂੰ ਜਾ ਕੇ ਦੇਣੀ ਹੈ। ਤਾਂ ਮੈਂ ਗਿਆ, ਸ਼ਾਮ ਨੂੰ ਡੋਜ਼ ਦਿੱਤੀ ਆ। ਸਾਨੂੰ 4-5 ਦਿਨ ਕੋਈ ਨਹੀਂ ਪਤਾ ਲੱਗਾ ਦਵਾਈ ਦਾ ਕਿ ਕੋਈ ਖਾਧੀ ਆ ਜਾਂ ਨਹੀਂ ਖਾਧੀ, ਕੋਈ ਅਸਰ ਨਹੀਂ ਹੋਇਆ। ਮੈਨੂੰ ਖੁਦ ਪ੍ਰੋਬਲਮ ਹੈ, ਸ਼ੂਗਰ ਦੀ ਹੈਗੀ ਆ। ਮੈਂ ਖਾਧੀ ਆ, ਮੇਰੀਆਂ ਲੱਤਾਂ ਇੰਨੇ ਕੁ ਦਰਦ ਹੁੰਦੀਆਂ ਕਿ ਮੇਰੇ ਕੋਲ ਚੱਲ ਨਹੀਂ ਸੀ ਹੁੰਦਾ। 5ਵੇਂ-6ਵੇਂ ਦਿਨ ਮੇਰੇ ਪੈਰਾਂ 'ਚ ਬਹੁਤ ਜ਼ਿਆਦਾ ਦਰਦ ਹੋਈ। ਮੈਂ ਦਵਾਈ ਖਾਧੀ, ਬਹੁਤ ਜ਼ਿਆਦਾ ਦਰਦ ਹੋਣ ਲੱਗ ਪਈ। ਤੇ 7ਵੇਂ ਦਿਨ ਜਾ ਕੇ ਦਰਦ ਹਟੀ ਤੇ ਮੇਰੀਆਂ ਲੱਤਾਂ ਬਿਲਕੁਲ ਸਹੀ ਹੋ ਗਈਆਂ। ਮੈਂ ਆਪਣੀ ਵਾਈਫ ਪੁੱਛਿਆ ਵੀ ਤੁਹਾਨੂੰ ਕੋਈ ਮਹਿਸੂਸ ਹੋਇਆ? ਕਹਿੰਦੇ ਮੈਨੂੰ ਅਜੇ ਕੋਈ ਮਹਿਸੂਸ ਨਹੀਂ ਹੋਇਆ, ਕਿਉਂਕਿ ਇਹਨਾਂ ਦੇ ਬਲੋਕੇਜ ਬਹੁਤ ਜ਼ਿਆਦਾ, ਜਿਨ੍ਹਾਂ ਦੇ ਪੈਰ ਪੱਥਰ ਵਰਗੇ ਹੋ ਗਏ ਹੈ, ਪੱਥਰ ਵਰਗੇ ਪੈਰ ਸੀਗੇ, ਇਹਨਾਂ ਦੇ ਬਲੋਕੇਜ ਬਹੁਤ ਜ਼ਿਆਦਾ ਸੀ। ਤੇ ਮੈਂ ਕਦੀ ਸੋਚਿਆ ਨਹੀਂ ਸੀ ਇਹਨਾਂ ਦੀ ਬਲੋਕੇਜ ਖੁੱਲ ਸਕਦੀ ਹੈ ਜਾਂ ਇਹਨਾਂ ਦੇ ਪੈਰਾਂ ਤੋਂ ਸਵੈਲਿੰਗ ਜਾ ਸਕਦੀ ਹੈ। ਤੇ PGI ਦੀ ਦਵਾਈ ਖਾਣ ਤੋਂ ਉਹਨਾਂ ਨੇ ਸਾਨੂੰ ਕੀ ਦਿੱਤੀ, ਨੀਡੋਸਿਸਟਿਕ ਦਵਾਈ ਆ, ਸੋਡੀਅਮ ਉਹਨਾਂ ਨੇ 3000 mg ਇਹਨਾਂ ਦੇ ਅੰਦਰ ਡੇਲੀ ਦੇਣਾ ਸ਼ੁਰੂ ਕਰਤਾ। ਭੈਣ ਅੱਜ ਜਿੰਨਾ ਰੋਇਆ ਰੋਲਾ ਮੁੜ ਕੇ ਹੱਸਣ ਦੇ ਤੇਰੇ ਆ ਗਏ ਆ, ਬਿਮਾਰੀਆਂ ਤੇਰੀਆਂ ਠੀਕ ਹੋ ਜਾਣੀਆਂ, ਛੱਡ ਦੇ। 3000 mg ਜਿਹੜਾ ਕਿ ਉਹਨਾਂ ਨੇ ਸੋਡੀਅਮ ਦੇਣਾ ਸ਼ੁਰੂ ਕਰਤਾ ਇਹਨਾਂ ਨੂੰ। ਉਹ ਸੋਡੀਅਮ ਦੇ ਮੈਂ ਸੋਚਿਆ 3000 ਕਿੱਦਾਂ ਹਜ਼ਮ ਕਰਨਗੇ, ਕਿਉਂਕਿ ਸੋਡੀਅਮ ਜਿਹੜਾ ਸਾਡੇ ਲੀਵਰ ਤੇ ਅਟੈਕ ਕਰਦਾ ਸਭ ਤੋਂ ਜ਼ਿਆਦਾ। ਹਾਂਜੀ, ਤੇ ਸੋਡੀਅਮ ਦੇ ਨਾਲ ਇਹਨਾਂ ਨੂੰ ਭੁੱਖ ਬੰਦ ਹੋ ਗਈ ਤੇ ਇਹਨਾਂ ਦੇ ਨਾ ਲੀਵਰ ਵਾਲੇ ਬੰਨੇ ਬਾਹਰ ਹੀ ਪੇਟ ਦੇ ਸਵੈਲਿੰਗ ਹੋ ਗਈ। ਫਿਰ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ PGI, ਮੈਂ ਕਿਹਾ ਇਹਨਾਂ ਦੇ ਸੋਡੀਅਮ ਤੁਸੀਂ ਇੰਨਾ ਜ਼ਿਆਦਾ ਦੇ ਰਹੇ ਜੇ, ਇਹਨਾਂ ਦਾ ਲੀਵਰ ਕੱਲ੍ਹ ਨੂੰ ਫੇਰ ਹੋ ਜਾਣਾ। ਉਹ ਕਹਿੰਦੇ ਸੋਡੀਅਮ ਬੰਦ ਕਰ ਦਿਓ। ਮੈਂ ਬੰਦ ਕਰਤਾ ਸੋਡੀਅਮ। ਫਿਰ ਆਪਣੇ ਯੂਟਰਾ ਪ੍ਰੋਡਕਟ ਦੇਣਾ ਸ਼ੁਰੂ ਕੀਤਾ ਤੇ ਇਹਨਾਂ ਦੀ ਸਵੈਲਿੰਗ ਘਟਣੀ ਸ਼ੁਰੂ ਹੋ ਗਈ। ਅੱਜ ਨੋਰਮਲ ਜੋ ਇੱਕ ਪੈਰ ਹੁੰਦੇ ਆ ਉੱਦਾਂ ਦੇ ਹੋ ਗਏ ਆ ਕਿ ਡਬਲ ਨੋਰਮਲ ਹੋ ਗਏ ਆ,
ਡਬਲ ਜਿੱਦਾਂ ਇੱਕ ਗੋਡਾ ਸੀ ਨਾ, ਜੇ ਆਪਾਂ ਦੋ ਗੋਡੇ ਜੋੜ ਦਈਏ ਇੱਕ ਗੋਡਾ ਬਣਦਾ ਸੀਗਾ। ਤੇ ਚੱਪਣੀ ਦੇਖੀ ਨੂੰ ਮੈਨੂੰ 10 ਸਾਲ ਹੋ ਗਏ ਇਹਨਾਂ ਦੇ ਗੋਡੇ ਦੀ। ਤੇ ਕਿੰਨੇ ਸਾਲ ਤੋਂ ਸਵੈਲਿੰਗ ਸੀ ਇਹਨਾਂ ਦੀ 10 ਸਾਲ ਤੋਂ। ਔਰ ਕਿੰਨੇ ਦਿਨਾਂ 'ਚ ਠੀਕ ਹੋਈ ਸਵੈਲਿੰਗ? ਇਹ 20 ਦਿਨ ਦੇ ਵਿੱਚ। ਔਰ ਇਹਨਾਂ ਦੇ ਗੋਡੇ ਦੀ ਚੱਪਣੀ ਨੂੰ ਦੇਖੇ ਨੂੰ 10 ਸਾਲ ਹੋ ਗਏ ਸੀ। ਇੱਕ ਦਿਨ ਮੈਨੂੰ ਹੱਥ ਲਾ ਕੇ ਕਹਿੰਦੇ ਯਾਰ ਦੇਖੋ ਮੇਰੇ ਗੋਡੇ ਦੀ ਚੱਪਣੀ ਨਾ ਦਿਖਣ ਲੱਗ ਪਈ ਆ। ਤੇ ਇਸ ਕਰਕੇ ਬਹੁਤ ਇੱਕ ਜੀਵਨਦਾਨ ਜਿਹਨੂੰ ਆਪਾਂ ਕਹਿੰਦੇ ਅੰਮ੍ਰਿਤ ਕਹਿ ਸਕਦੇ ਆਪਾਂ ਇਸ ਪ੍ਰੋਡਕਟ ਨੂੰ। ਫਿਰ ਮੈਂ ਆਪਣੀ ਤੁਹਾਨੂੰ ਦੱਸਦਾ ਗੱਲ, ਮੈਂ ਕਦੀ ਬਿਮਾਰ ਨਹੀਂ ਹੋਇਆ ਅੱਜ ਤੱਕ। ਮੈਂ ਟੈਕਨੀਕਲੀ ਬੰਦਾ ਮਕੈਨਿਕ ਹਾਂ, ਮੈਂ ਕਦੀ ਬਿਮਾਰ ਨਹੀਂ ਹੋਇਆ। ਪਰ ਮੈਨੂੰ ਮੇਰੀ ਬਿਮਾਰੀ ਦਾ ਪਤਾ ਹੀ ਨਹੀਂ ਹੈਗਾ ਕਿ ਮੈਨੂੰ ਬਿਮਾਰੀ ਕੀ ਹੈਗੀ। ਮੇਰੀ ਬੋਡੀ ਦੇ ਵਿੱਚ ਟੋਟਲ ਮੈਂ ਅੱਜ ਤੱਕ ਦੱਸਿਆ ਨਹੀਂ ਕਦੀ ਕਿਸੇ ਨੂੰ। ਮੈਂ ਅੱਜ ਆ ਸਟੇਜ ਤੇ ਬਹਿ ਕੇ ਲਖਬੀਰ ਭਾਈ ਉਹਨਾਂ ਦੀ ਮਿਹਰਬਾਨੀ ਦੇ ਨਾਲ ਮੈਂ ਇਹ ਚੀਜ਼ ਤੁਹਾਨੂੰ ਬਿਆਨ ਕਰਦਾ। ਮੈਂ ਕਈ ਦਿਨ ਆਪਣੇ ਆਪ ਨੂੰ ਵੀ ਇਹ ਚੀਜ਼ ਬਿਆਨ ਨਹੀਂ ਕੀਤੀ ਕਿ ਮੈਨੂੰ ਇਹ ਬਿਮਾਰੀ ਸੀਗੀ, ਕਿਉਂਕਿ ਮੈਨੂੰ ਕਦੀ ਮਹਿਸੂਸ ਨਹੀਂ ਸੀ ਹੋਇਆ। ਮੈਂ ਬਿਲਕੁਲ ਫਿੱਟ ਤੰਦਰੁਸਤ 70 ਘੰਟੇ ਜਾਗਣ ਵਾਲਾ ਬੰਦਾ, ਮੈਂ ਬਿਲਕੁਲ એનર્ਜੀ ਭਰਿਆ। ਲੇਕਿਨ ਮੈਨੂੰ ਇੱਕ ਚੀਜ਼ ਦਿਲੋਂ ਦਿਲ ਅੰਦਰ ਖਾਈ ਜਾਂਦੀ ਸੀ ਕਿ ਯਾਰ ਤੇਰੀ ਬੋਡੀ ਦੇ ਅੰਦਰ ਗਿਲਟੀਆਂ ਇੰਨੀਆਂ ਵਾ, ਤੇ ਆਉਣ ਵਾਲੇ ਟਾਈਮ 'ਚ ਕੀ ਬਣੂਗਾ ਤੇਰਾ। ਦਿੱਕਤ ਕੋਈ ਨਹੀਂ, ਦਰਦ ਕੋਈ ਨਹੀਂ ਸੀ ਕਿ ਪੇਟ ਹੌਲੀ ਹੌਲੀ ਪਹਿਲਾਂ ਮੇਰੇ ਪੱਟਾਂ 'ਚ ਗਿਲਟੀਆਂ ਸੀਗੀਆਂ, ਬਾਹਾਂ 'ਚ ਸੀਗੀਆਂ, ਮੇਰੇ ਹੌਲੀ ਹੌਲੀ ਉਹ ਇੰਪਰੂਵਮੈਂਟ ਹੁੰਦੀਆਂ ਗਈਆਂ ਕਿ ਮੇਰੇ ਪੇਟ 'ਚ ਆ ਗਈਆਂ ਗਿਲਟੀਆਂ। ਜਦੋਂ ਮੈਂ ਹੱਥ ਮਾਰਨਾ ਪੇਟ ਤੇ ਇਦਾਂ ਮੈਨੂੰ ਮਹਿਸੂਸ ਹੋਣੀ ਕਿ ਗਿਲਟੀਆਂ ਆਉਂਦੇ। ਤੇ ਅੱਜ 20 ਦਿਨ ਹੋ ਗਏ ਆ ਦਵਾਈ ਖਾਂਦੇ ਨੂੰ। ਮੈਂ ਇਹਨਾਂ ਦੇ ਨਾਲ ਹੀ ਸ਼ੁਰੂ ਕੀਤੀ ਸੀ ਦਵਾਈ, ਮੈਨੂੰ ਬਲਵੀਰ ਭਾਈ ਉਹਨਾਂ ਨੇ ਸ਼ੁਰੂ ਕਰਾਤੀ ਸੀ ਤੇ ਮੈਂ ਖਾਧੀ ਆ। ਅੱਜ ਮੈਂ ਹੱਥ ਮਾਰਨਾ ਆਪਣੀ ਬੋਡੀ ਦੇ ਉੱਤੇ ਤੇ ਮੈਨੂੰ ਬਿਲਕੁਲ ਨਾਰਮਲ ਮਹਿਸੂਸ ਹੁੰਦੀ ਹੈ ਵੀ ਗਿਲਟੀਆਂ ਹੈਗੀਆਂ ਸਾਰੀਆਂ ਖੁਰ ਚੁੱਕੀਆਂ ਤਕਰੀਬਨ। ਤੇ ਮੈਂ ਸੋਚਦਾ ਪਤਾ ਨਹੀਂ ਦਰਦ ਨਹੀਂ ਹੁੰਦੀ ਗਿਲਟੀਆਂ ਦੇ ਵਿੱਚ, ਕੁਝ ਨਹੀਂ ਸੀ ਹੁੰਦਾ। ਪਰ ਮੈਂ ਸੋਚਦਾ ਕਿ ਹੈ ਗਿਲਟੀਆਂ ਕਾਹਦੀਆਂ, ਮੇਰੇ ਪੇਟ ਸਾਰੇ ਚਾਰੇ ਬੰਨੇ ਆ, ਪੱਟਾਂ 'ਚ ਆ, ਪਿੱਠ 'ਚ ਆ। ਤੁਹਾਡੇ ਸਰੀਰ ਦੇ ਉੱਪਰ ਕਿ ਵਿੱਚ ਹੀ ਅੰਦਰ ਨਹੀਂ ਵਿੱਚ ਹੀ, ਅੱਛਾ ਵਿੱਚ ਹੀ ਬਾਹਰ ਸ਼ੋਅ ਨਹੀਂ ਸੀ ਹੁੰਦੀਆਂ। ਜਦੋਂ ਆਪਾਂ ਫੀਲ ਹੁੰਦੀਆਂ ਸੀ ਪੇਟ 'ਚ, ਅੱਛਾ ਜੀ। ਹੱਥ ਮਾਰਿਆ ਫੀਲ ਹੁੰਦੀਆਂ ਸੀ। ਅੱਜ ਉਹ ਗਿਲਟੀਆਂ ਮੈਨੂੰ ਘੱਟ ਫੀਲ ਹੁੰਦੀਆਂ ਨੇ ਕਿ 100 ਦੇ ਵਿੱਚੋਂ 60% ਉਹ ਗਿਲਟੀਆਂ ਖੁਰ ਚੁੱਕੀਆਂ, ਠੀਕ ਹੈ। 40% ਫੀਲ ਹੁੰਦੀਆਂ ਸਰ ਠੀਕ ਹੈ 20 ਦਿਨਾਂ ਦੇ ਵਿੱਚ। ਕਿਆ ਬਾਤ। ਸੋ ਮੈਂ ਵੈਰੀ ਗੁੱਡ। ਇਹਨਾਂ ਭਾਈ ਸਾਹਿਬ ਨਾਲ ਬੀਬੀ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਪ੍ਰੋਡਕਟ ਦੇ ਨਾਲ ਜੋੜਿਆ ਤੇ ਸਾਡੀਆਂ ਬਿਮਾਰੀਆਂ ਦੂਰ ਹੋਈਆਂ ਔਰ ਸਾਨੂੰ ਜੀਣ ਦੀ ਇੱਕ ਆਸ ਬਣ ਗਈ ਸਾਡੀ ਵੀ ਅਸੀਂ ਜੀ ਸਕਦੇ ਹਾਂ। ਕਿੱਦਾਂ ਮੈਂ ਤਾਂ ਇਹਨੂੰ ਆਪਣੇ ਇੱਕ ਬੇਟੀ ਦੀ ਤਰ੍ਹਾਂ ਕਹੂੰਗਾ ਕਿ ਮੇਰਾ ਬੇਟਾ ਵਾ ਠੀਕ। ਜਿਹਨੇ ਮੈਨੂੰ ਆਸਰਾ ਦਿੱਤਾ, ਕਿਉਂਕਿ ਇਹ ਸਾਡਾ ਅਸੀਂ ਦੋਨੇ ਜੀ ਹੈਗੇ ਆ, ਸਾਡਾ ਬੱਚਾ ਕੋਈ ਨਹੀਂ ਹੈਗਾ। ਅੱਛਾ ਜੀ। ਤੇ ਮੈਂ ਇਹਨੂੰ ਆਪਣੇ ਇੱਕ ਬੱਚੇ ਦੀ ਤਰ੍ਹਾਂ ਮੰਨਦਾ ਪ੍ਰੋਡਕਟ ਨੂੰ ਕਿ ਇਹ ਮੇਰਾ ਬੱਚਾ ਮੈਨੂੰ ਨੇ ਆ ਕੇ ਆਸਰਾ ਦਿੱਤਾ। ਮੈਨੂੰ ਜੀਣ ਦੀ ਇੱਕ ਤਮੰਨਾ ਜਾਗੀ, ਦੁਬਾਰਾ ਮੈਂ ਜੀ ਸਕਦਾ, ਨਹੀਂ ਤਾਂ ਸਾਡਾ ਕੋਈ ਪਤਾ ਨਹੀਂ ਦੋਸਤ। ਧੰਨਵਾਦ। ਭੈਣ ਜੀ 2 ਮਿੰਟ ਤੋਂ ਕੋਈ ਗੱਲ ਕਹਿਣਾ ਚਾਹੋਗੇ? ਤਾਂ ਇੱਥੇ ਖੜੇ ਹੋ ਕੇ ਕਹਿ ਦਿਓ। ਦੁਨੀਆ ਤੱਕ ਇਹ ਤੁਹਾਡੀ ਗੱਲ ਜਾਣੀ, ਇੱਥੇ ਬੈਠੇ ਬੈਠੇ ਤੁਸੀਂ ਆਪਣੇ ਮਨ ਦੀ ਜੋ ਇੱਛਾ ਤੁਹਾਡੀ ਜੋ ਵੀ ਗੱਲ ਕਰ ਤੁਸੀਂ ਇਹ ਗੱਲ ਯਾਦ ਕਰੋ। ਦੋ ਦਿਲ ਦੀਆਂ ਭਾਵਨਾ ਕਰੋ ਗੱਲ ਖੁੱਲ ਕੇ। ਰੋਣਾ ਨਹੀਂ, ਰੋਣਾ ਛੱਡ ਦਿਓ। ਥੋੜਾ ਹੌਸਲਾ ਰੱਖੋ, ਥੋੜਾ ਹੌਸਲਾ ਰੱਖੋ, ਲਾਗੇ ਬਾਈ ਸਰ ਥੋੜਾ ਹੌਸਲਾ ਰੱਖੋ। ਤੁਹਾਡੀ ਕੀ ਪ੍ਰੋਬਲਮ ਠੀਕ ਹੋਈ ਆਪਣੀ ਜ਼ਬਾਨੀ 1 ਮਿੰਟ ਵਾਸਤੇ ਦੱਸ। ਚਲੋ ਕੋਈ ਨਹੀਂ 10 ਮਿੰਟ ਠਹਿਰ ਕੇ। ਥੋੜੀ ਹੌਸਲੇ। ਹੌਸਲਾ ਰੱਖੋ, ਹੌਸਲਾ ਕਰੋ। ਪਾਣੀ ਪੀਣਾ ਪਾਣੀ। ਬਾਅਦ ਚ ਬੜਾ ਗੱਲ ਦਿਓ। ਚਲੋ ਬਾਅਦ ਚ 10 ਮਿੰਟ ਠਹਿਰ ਕੇ।